ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਜੋ ਇਸ ਸਾਰੇ ਹੀ ਵੀਕਐਂਡ ਦੇ ਉੱਤੇ ਜਨਰਲ ਮੁਸ਼ਰਫ ਸਾਹਿਬ ਦੇ ਬਾਰੇ ਡਿਸਕਸ਼ਨ ਜਿਹੜੀ ਹੈ ਹੋਈ ਹੈ। ਜ਼ਰੂਰ ਜ਼ਿਕਰ ਕਰ ਦਈਏ ਕਿ ਜਨਰਲ ਪਰਵੇਜ਼ ਮੁਸ਼ਰਫ ਜਿਨ੍ਹਾਂ ਦੀ ਉਮਰ 79 ਈਅਰਸ ਸੀਗੀ, ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਔਰ ਜਨਰਲ ਪਰਵੇਜ਼ ਮੁਸ਼ਰਫ ਜਿਹੜੇ ਨੇ ਚੀਫ ਆਫ ਆਰਮੀ ਸਟਾਫ ਰਹਿ ਚੁੱਕੇ ਨੇ, ਪਾਕਿਸਤਾਨ ਦੇ ਐਕਸ ਪ੍ਰੈਜ਼ੀਡੈਂਟ ਰਹਿ ਚੁੱਕੇ ਨੇ ਔਰ ਲੰਮੇ ਸਮੇਂ ਤੋਂ ਆਪਣੀ ਇਸ ਰੇਅਰ ਬਿਮਾਰੀ ਜਿਹੜੀ ਉਹਨਾਂ ਨੂੰ ਹੋਈ ਸੀ ਉਹਦੇ ਨਾਲ ਉਹ ਜੂਝ ਰਹੇ ਸੀਗੇ। ਜਨਰਲ ਮੁਸ਼ਰਫ ਹੁਣਾਂ ਬਾਰੇ ਅਸੀਂ ਤੁਹਾਨੂੰ ਦੱਸ ਦਈਏ ਕਿ ਜਿੱਥੇ ਉਹਨਾਂ ਦਾ ਜਿਹੜਾ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਅਹਿਮ ਰੋਲ ਰਿਹਾ ਹੈ ਪਾਕਿਸਤਾਨ ਦੇ ਵਿੱਚ ਐਜ਼ ਅ ਲੀਡਰ, ਲੇਕਿਨ ਉਹਦੇ ਨਾਲ 9/11 ਤੋਂ ਬਾਅਦ ਅਮਰੀਕਾ ਦੇ ਨਾਲ ਜੋ ਉਹਨਾਂ ਦੇ ਰਿਲੇਸ਼ਨਸ਼ਿਪ ਰਹੇ ਪਾਕਿਸਤਾਨ ਔਰ ਅਮਰੀਕਾ ਦੇ ਜੋ ਰਿਲੇਸ਼ਨਸ਼ਿਪ ਸੀਗੇ, ਵਾਰ ਔਨ ਟੈਰਰ ਦੀ ਜੋ ਅਸੀਂ ਗੱਲ ਕਰਦੇ ਰਹੇ ਔਰ 9/11 ਤੋਂ ਬਾਅਦ ਕਿਸ ਤਰ੍ਹਾਂ ਪਾਕਿਸਤਾਨ ਨੇ ਅਮਰੀਕਾ ਦੀ ਮਦਦ ਕਰਨ ਦੇ ਵਿੱਚ ਹਾਮੀ ਭਰੀ। ਸੋ ਕੀ ਉਹ ਸਾਰੀਆਂ ਚੀਜ਼ਾਂ ਹੋਈਆਂ ਉਹਦੇ ਬਾਰੇ ਅੱਜ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਆਰਟੀਕਲਸ ਲਿਖੇ ਜਾ ਰਹੇ ਨੇ, ਕਾਲਮਸ ਲਿਖੇ ਜਾ ਰਹੇ ਨੇ। ਜੇ ਇੰਡੀਆ ਦੇ ਨਾਲ ਉਹਦੇ ਰਿਲੇਸ਼ਨ ਦੀ ਗੱਲ ਕਰੀਏ ਤੇ 99 ਕਾਰਗਿਲ ਜੰਗ ਜਿਹੜੀ ਹੈ ਉਹਦੇ ਮੇਨ ਆਰਕੀਟੈਕਟ ਸੀਗੇ, ਉਹ ਕਾਮਯਾਬ ਨਹੀਂ ਹੋ ਸਕੀ। ਸੋ ਉਹਦੇ ਬਾਰੇ ਕੀ ਉਹਨਾਂ ਦਾ ਕਹਿਣਾ ਹੈ। ਔਰ ਉਸ ਤੋਂ ਬਾਅਦ ਜਦੋਂ ਫਿਰ ਉਹਨਾਂ ਨੇ ਕਮਾਂਡ ਸੰਭਾਲੀ ਤੇ ਇੰਡੀਆ ਉਹਨਾਂ ਨੇ ਟੂਰ ਵੀ ਕੀਤਾ। ਆਗਰਾ ਸਮਿਟ ਕਾਮਯਾਬ ਨਹੀਂ ਹੋ ਸਕਿਆ, ਲੇਕਿਨ ਕੋਸ਼ਿਸ਼ ਸੀਗੀ ਉਹਨਾਂ ਦੀ ਆਗਰਾ ਸਮਿਟ ਕਾਮਯਾਬ ਕਰਨ ਦੀ। ਸੋ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਨਵਾਬ ਅਕਬਰ ਬੁਗਤੀ ਸਾਹਿਬ ਦੇ ਕਤਲ ਦਾ ਮਾਮਲਾ ਹੋਵੇ ਜਾਂ ਬੇਨਜ਼ੀਰ ਭੁੱਟੋ ਸਾਹਿਬਾ ਦੇ ਕਤਲ ਦਾ ਮਾਮਲਾ ਹੋਵੇ, ਬਹੁਤ ਸਾਰੇ ਐਲੀਗੇਸ਼ਨਸ ਉਹਨਾਂ ਦੇ ਉੱਤੇ ਲੱਗਦੇ ਰਹੇ ਨੇ। ਆਖਿਰਕਾਰ ਮੀਡੀਆ ਨੂੰ ਕਿਆ ਉਹਨਾਂ ਨੇ ਆਜ਼ਾਦੀ ਦਿੱਤੀ, ਕਿਸ ਹੱਦ ਤੱਕ ਆਜ਼ਾਦੀ ਦਿੱਤੀ, ਕੀ ਕਾਰਨ ਸੀਗਾ ਕਿ ਮੀਡੀਆ ਚੈਨਲਸ ਪਾਕਿਸਤਾਨ ਦੇ ਉਸ ਦੌਰ ਦੇ ਵਿੱਚ ਆਏ, ਉਹਦੀ ਸਟੋਰੀ ਬਿਹਾਈਂਡ ਦਾ ਹੈਡਲਾਈਨਸ ਕੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪਾਕਿਸਤਾਨ ਦੇ ਵਿੱਚ ਉਹਨਾਂ ਦੇ ਜਿਹੜੀ ਸਿਆਸਤ ਰਹੀ, ਜਿੰਨੀ ਦੇਰ ਇਕੋਨਮੀ ਕਿਸ ਤਰ੍ਹਾਂ ਦੀ ਸੀਗੀ ਉਸ ਸਮੇਂ, ਇਸ ਤੋਂ ਇਲਾਵਾ ਅਫਗਾਨਿਸਤਾਨ ਦੇ ਵਿੱਚ ਕੀ ਰੋਲ ਰਿਹਾ, ਜੋ ਵਾਅਦੇ ਮੁਸ਼ਰਫ ਸਾਹਿਬ ਨੇ ਕੀਤੇ ਸੀਗੇ, ਡਿਟੇਲ ਐਨਾਲਿਸਿਸ ਕਰਾਂਗੇ। ਮੁਸ਼ਰਫ ਸਾਹਿਬ ਨੇ ਕੀ ਵਾਅਦੇ ਕੀਤੇ ਸੀਗੇ। ਇੱਕ ਤੇ ਕਿ ਪਾਕਿਸਤਾਨ ਨੂੰ ਸਭ ਤੋਂ ਪਹਿਲਾਂ ਜੋ ਉਹਨਾਂ ਨੇ ਵਾਅਦਾ ਕੀਤਾ ਕਿ ਪਾਕਿਸਤਾਨ ਨੂੰ ਕਰਪਸ਼ਨ ਫਰੀ ਕੀਤਾ ਜਾਏਗਾ ਔਰ ਜੋ ਸਿਵਲੀਅਨ ਲੀਡਰਸ ਹੈਗੇ ਨੇ ਉਹ ਲਗਾਤਾਰ ਕਰਪਸ਼ਨ ਚੱਲਦੀ ਰਹੀ। ਨੈਬ ਦਾ ਸਹੀ ਇਸਤੇਮਾਲ ਹੋਇਆ ਕਿ ਨਹੀਂ ਹੋਇਆ, ਕਿਆ ਪਾਕਿਸਤਾਨ ਨੂੰ ਵਾਕਈ ਹੀ ਉਹ ਕਰਪਸ਼ਨ ਫਰੀ ਕਰ ਸਕੇ ਜੋ ਉਹਨਾਂ ਨੇ ਵਾਅਦਾ ਕੀਤਾ ਸੀਗਾ। ਇਸ ਤੋਂ ਇਲਾਵਾ ਉਹਨਾਂ ਦਾ ਵਾਅਦਾ ਸੀਗਾ ਕਿ ਬਿਲਕੁਲ ਇਲੈਕਸ਼ਨਸ ਵੀ ਕਰਵਾਵਾਂਗਾ ਔਰ ਪ੍ਰੋਪਰ ਡੈਮੋਕ੍ਰੈਟਿਕ ਸੈਟਅਪ ਲੈ ਕੇ ਆਵਾਂਗੇ, ਜਮਹੂਰੀਅਤ ਲੈ ਕੇ ਆਵਾਂਗੇ, ਡੈਮੋਕ੍ਰੇਸੀ ਆਏਗੀ ਇੱਥੇ। ਕਿਆ ਡੈਮੋਕ੍ਰੇਸੀ ਆ ਸਕੀ। ਅਗਲਾ ਉਹਨਾਂ ਦਾ ਇੰਪੋਰਟੈਂਟ ਵਾਅਦਾ ਸੀਗਾ ਕਿ ਪਾਕਿਸਤਾਨ ਨੂੰ ਤਰੱਕੀ ਦੀ ਰਾਹ ਦੇ ਉੱਤੇ ਪਾਵਾਂਗੇ, ਪ੍ਰੋਸਪੈਰਿਟੀ, ਇਕੋਨਮੀ ਸਾਡੀ ਵਧੀਆ ਹੋਏਗੀ। ਕਿਆ ਇਕੋਨਮੀ ਵਧੀਆ ਕਰ ਸਕੇ, ਕਿ ਅੱਜ ਪਾਕਿਸਤਾਨ ਉਸ ਚੈਲੰਜ ਦੇ ਸਾਹਮਣੇ ਹੈ ਜਾਂ ਨਹੀਂ। ਟੈਰਰਿਜ਼ਮ ਨੂੰ ਖਤਮ ਕਰਨ ਦਾ ਵਾਅਦਾ ਉਹਨਾਂ ਦਾ ਸੀਗਾ ਕਿ ਅਸੀਂ ਟੈਰਰਿਜ਼ਮ ਦੇ ਨਾਲ ਲੜਾਈ ਲੜਾਂਗੇ, ਟੈਰਰਿਜ਼ਮ ਪਾਕਿਸਤਾਨ ਤੋਂ ਖਤਮ ਕਰ ਦਾਂਗੇ। ਕਿਆ ਐਸੇ ਹਾਲਾਤ ਬਣ ਸਕੇ। ਇਹ ਸਾਰੇ ਐਨਾਲਿਸਿਸ ਜਿਹੜੇ ਆ ਉਹਨਾਂ ਦੇ ਉੱਤੇ ਕਰਾਂਗੇ ਕਿ ਕਿੱਥੇ ਇਹ ਮਾਮਲਾ ਖੜਾ ਹੈ। ਦੂਸਰਾ ਅਸੀਂ ਜ਼ਰੂਰ ਗੱਲ ਕਰਨਾ ਚਾਹੁੰਦੇ ਹੈਗੇ ਹਾਂ ਕਿ ਬਹੁਤ ਸਾਰੇ ਹੋਰ ਇੰਟਰਸਟਿੰਗ ਚੀਜ਼ਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਨੇ, ਜਿਹਦੇ ਵਿੱਚ ਕਿ ਪਾਕਿਸਤਾਨ ਦੇ ਬਹੁਤ ਸਾਰੇ ਲੋਕ ਇਹ ਮੰਨਦੇ ਨੇ ਕਿ ਪਾਕਿਸਤਾਨ ਨੂੰ ਐਟਮੀ ਤਾਕਤ ਬਣਾਉਣ ਦੇ ਵਿੱਚ, ਨਿਊਕਲੀਅਰ ਵੈਪਨ ਦੇਣ ਦੇ ਵਿੱਚ ਜਿਸ ਸ਼ਖਸੀਅਤ ਦਾ ਰੋਲ ਹੈ, ਲੇਕਿਨ ਖੁਦ ਉਹਨਾਂ ਤੋਂ ਹੀ ਪਾਕਿਸਤਾਨ ਦੇ ਟੀਵੀ ਦੇ ਉੱਤੇ ਮਾਫੀ ਮੰਗਵਾਉਣੀ ਔਰ ਇਹ ਕਹਿਣਾ ਕਿ ਇਹਨਾਂ ਨੇ ਦੇਸ਼ ਧਰੋਹ ਕੀਤਾ ਜਾਂ ਸਹੀ ਕੰਮ ਨਹੀਂ ਕੀਤਾ, ਉਹ ਸਹੀ ਸੀ ਜਾਂ ਗਲਤ ਸੀਗਾ। ਉਹਨਾਂ ਦੀ ਜੇ ਪ੍ਰੈਜ਼ੀਡੈਂਸੀ ਦੀ ਅਸੀਂ ਗੱਲ ਕਰੀਏ 2001 ਤੋਂ ਲੈ ਕੇ 2008 ਤੱਕ, ਸੋ ਕਿਸ ਤਰ੍ਹਾਂ ਦਾ ਰਿਹਾ ਉਹਨਾਂ ਦਾ ਐਜ਼ ਅ ਪਾਕਿਸਤਾਨ ਦੇ ਲੀਡਰ ਦੇ ਤਹਿਤ ਰੋਲ। ਸੋ ਇਹ ਸਾਰੇ ਮੁੱਦਿਆਂ ਦੇ ਉੱਤੇ, ਚਾਹੇ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ, ਸਾਊਦੀ ਅਰੇਬੀਆ ਦੇ ਨਾਲ ਰਿਲੇਸ਼ਨਸ਼ਿਪ, ਇਸ ਸਾਰੇ ਮੁੱਦੇ ਦੇ ਉੱਤੇ ਵੀ ਗੱਲਬਾਤ ਤੁਹਾਡੇ ਨਾਲ ਕੀਤੀ ਜਾਏਗੀ। ਔਰ ਉਹਨਾਂ ਦੇ ਖਿਲਾਫ ਜਿਹੜੇ ਐਲੀਗੇਸ਼ਨ ਸੀਗੇ ਕਿ ਕਰਪਸ਼ਨ ਦੇ ਐਲੀਗੇਸ਼ਨ ਉਹਨਾਂ ਦੇ ਉੱਤੇ ਰਹੇ, ਕਿਉਂ ਉਹਨਾਂ ਨੂੰ ਪਾਕਿਸਤਾਨ ਤੋਂ ਬਾਹਰ ਜਾਣਾ ਪਿਆ ਔਰ ਵਾਪਸ ਜਦੋਂ ਆਏ ਸੀਗੇ ਫਿਰ ਕੀ ਹੋਇਆ, ਫਿਰ ਦੁਬਾਰਾ ਵਾਪਸ ਕਿਉਂ ਗਏ, ਡੋਮੈਸਟਿਕ ਪੋਲਿਟਿਕਸ ਤੇ ਉਹਨਾਂ ਦਾ ਕੀ ਅਸਰ, ਵੂਮਨਸ ਰਾਈਟਸ ਦੇ ਉੱਤੇ ਉਹਨਾਂ ਨੇ ਬੜਾ ਕੁਝ ਕੀਤਾ ਹੈਗਾ, ਇਹਦੇ ਬਾਰੇ ਗੱਲ ਕਰਾਂਗੇ। ਇੰਡੀਆ ਦੀ ਇੰਟੈਲੀਜੈਂਸ ਏਜੰਸੀ ਨੇ, ਜੀ ਹਾਂ, ਇੰਡੀਆ ਦੀ ਇੰਟੈਲੀਜੈਂਸ ਏਜੰਸੀ ਨੇ ਕਿਸ ਤਰ੍ਹਾਂ ਮੁਸ਼ਰਫ ਉਹਨਾਂ ਦੀ ਜਾਨ ਬਚਾਈ ਸੀਗੀ, ਉਹ ਕੀ ਹੋਇਆ, ਕੀ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ, ਕਿਉਂਕਿ ਜਨਰਲ ਮੁਸ਼ਰਫ ਉਹਨਾਂ ਦੇ ਉੱਤੇ ਬਹੁਤ ਸਾਰੇ ਕਾਤਿਲਾਨਾ ਹਮਲੇ ਜਿਹੜੇ ਨੇ ਉਹ ਹੋਏ ਨੇ। 2000 ਦੇ ਵਿੱਚ ਹੋਇਆ ਔਰ ਉਸ ਤੋਂ ਬਾਅਦ ਬੜੇ ਸਾਰੇ ਹੋਏ ਨੇ। ਕੀ ਉਹ ਕਦੋਂ ਉਹਨਾਂ ਦੇ ਉੱਤੇ ਕਾਤਿਲਾਨਾ ਹਮਲੇ ਹੋਏ ਨੇ ਔਰ ਕਿੱਦਾਂ ਉਹ ਬਚੇ ਨੇ ਇਹਨਾਂ ਸਾਰੇ ਕਾਤਿਲਾਨਾ ਹਮਲੇ ਦੇ ਉੱਤੇ, ਉਹਦੇ ਬਾਰੇ ਡਿਟੇਲ ਰਿਪੋਰਟ ਪੇਸ਼ ਕਰਾਂਗੇ। 2007 ਅਪ੍ਰੈਲ ਲਾਲ ਮਸਜਿਦ ਸਾਹਮਣੇ ਅਸੀਂ ਸਾਰੇ ਜਾਣਦੇ ਹਾਂ, ਲੇਕਿਨ ਕਿਉਂ ਹੋਇਆ ਉਹ, ਕੀ ਉਹਦੀ ਬੈਕਗਰਾਊਂਡ ਸੀਗੀ ਔਰ ਕੀ ਮਾਮਲਾਤ ਸੀਗੇ, ਉਹਦੇ ਬਾਰੇ ਗੱਲਬਾਤ ਜ਼ਰੂਰ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਔਰ ਪਾਕਿਸਤਾਨ ਦੇ ਵਿੱਚ ਲਗਭਗ 2007 ਦੇ ਵਿੱਚ ਸਟੇਟ ਆਫ ਐਮਰਜੈਂਸੀ ਵਰਗੇ ਮਾਹੌਲ ਕਿਉਂ ਬਣੇ ਔਰ ਜੁਡੀਸ਼ਰੀ ਦੇ ਨਾਲ, ਖਾਸ ਕਰ ਚੀਫ ਜਸਟਿਸ ਸਾਹਿਬ ਦੇ ਨਾਲ ਉਹਨਾਂ ਦੇ ਕੀ ਇਖਤਲਾਫ ਹੋਏ, ਉਹਦੀ ਰਿਪੋਰਟ ਤੁਹਾਡੇ ਲਈ ਪੇਸ਼ ਕਰਾਂਗੇ। ਔਰ ਫਾਈਨਲੀ ਫਿਰ ਉਹਨਾਂ ਨੂੰ ਜਾਣਾ ਕਿਉਂ ਪਿਆ 2008 ਦੇ ਜਨਰਲ ਇਲੈਕਸ਼ਨਸ, ਇੰਪੀਚਮੈਂਟ ਮੂਵਮੈਂਟ, ਐਗਜ਼ਾਈਲ, ਖੁਦ ਉਸ ਸਮੇਂ ਬਾਹਰ ਚਲੇ ਗਏ, ਕਿਉਂ ਹੋਇਆ ਇਹ ਸਾਰਾ ਕੁਝ। 2010 ਦੇ ਵਿੱਚ ਉਹਨਾਂ ਨੇ ਆਪਣੀ ਪੋਲੀਟੀਕਲ ਪਾਰਟੀ ਲਾਂਚ ਕਰ ਦਿੱਤੀ ਸੀ, ਪਰ ਫਿਰ ਆਲ ਪਾਕਿਸਤਾਨ ਮੁਸਲਿਮ ਲੀਗ, ਆਲ ਪਾਕਿਸਤਾਨ ਮੁਸਲਿਮ ਲੀਗ ਕਿਉਂ ਲਾਂਚ ਕੀਤੀ, ਕੀ ਇਹ ਮਾਮਲਾ ਸੀਗਾ। ਇਸ ਤੋਂ ਇਲਾਵਾ ਕਾਨੂੰਨੀ ਦਾਅਵਪੇਚ ਵੀ ਉਹਨਾਂ ਦੇ ਖਿਲਾਫ ਬੜੇ ਸਾਰੇ ਇਸਤੇਮਾਲ ਕੀਤੇ ਗਏ, ਕਿੰਨੇ ਕਾਮਯਾਬ ਹੋਏ, ਨਹੀਂ ਹੋਏ, ਕੀ ਇਹਦਾ ਅਸਰ ਹੋਇਆ। ਫਿਰ ਗੱਲ ਕਰਾਂਗੇ ਰਿਲੀਜੀਅਸ ਐਸਪੈਕਟ ਤੋਂ, ਖਾਸ ਕਰ ਬਲਾਸਫੇਮੀ ਲਾਜ਼ ਦੇ ਉੱਤੇ। ਮੁਸ਼ਰਫ ਸਾਹਿਬ ਨੇ ਜਿਹੜੇ ਸੈਂਸਿਟਿਵ ਧਾਰਮਿਕ ਮਸਲੇ ਸੀਗੇ
ਉਹਨਾਂ ਦੇ ਬਾਰੇ ਕੀ ਉਹਨਾਂ ਦਾ ਵਿਚਾਰ ਸੀਗਾ, ਕੀ ਉਹ ਕਹਿਣਾ ਚਾਹੁੰਦੇ ਸੀ ਔਰ ਕੀ ਉਹਨਾਂ ਦਾ ਅਸਰ ਹੋਇਆ। ਫਿਰ ਗੱਲ ਕਰਾਂਗੇ ਜਿਹੜੀਆਂ ਜੁਡੀਸ਼ੀਅਲ ਹੀਅਰਿੰਗਸ ਹੋਈਆਂ ਔਰ ਦੁਬਾਰਾ ਤੋਂ ਬਾਹਰ ਚਲੇ ਗਏ ਕਿਉਂਕਿ ਉਹਨਾਂ ਨੂੰ ਪ੍ਰਾਈਮ ਸਸਪੈਕਟ ਕਿਹਨਾਂ ਮਾਮਲਿਆਂ ਦੇ ਵਿੱਚ ਐਲਾਨ ਕੀਤਾ ਗਿਆ, ਕਿਉਂ ਦੇਸ਼ ਦਰੋਹ ਦਾ ਮੁਕੱਦਮਾ ਜਿਹੜਾ ਉਹਨਾਂ ਦੇ ਉੱਤੇ ਚਲਾਇਆ ਗਿਆ ਔਰ ਕਿੱਦਾਂ ਉਹਨਾਂ ਦੇ ਖਿਲਾਫ ਫੈਸਲੇ ਆਏ, ਫਿਰ ਉਹਨਾਂ ਤੋਂ ਕਿੱਦਾਂ ਉਹ ਬਚੇ। ਸੋ ਬਹੁਤ ਕੁਛ ਹੈ ਔਰ ਕਾਫੀ ਸਾਰੇ ਰੈਫਰੈਂਸਿਸ ਉਹਨਾਂ ਦੀ ਆਪਣੀ ਹੀ ਕਿਤਾਬ ਜੇ ਤੁਹਾਨੂੰ ਯਾਦ ਹੋਏ ਕਿ ਉਹਨਾਂ ਨੇ ਲਿਖੀ ਸੀਗੀ ਇਨ ਦ ਲਾਈਨ ਆਫ ਫਾਇਰ। ਇਨ ਦ ਲਾਈਨ ਆਫ ਫਾਇਰ ਉਹਨਾਂ ਦੀ ਆਪਣੀ ਜੀਵਨੀ ਦੇ ਉੱਤੇ ਕਿਤਾਬ ਜਿਹੜੀ ਲਿਖੀ ਸੀ 2006 ਦੇ ਵਿੱਚ ਇਹ ਪਬਲਿਸ਼ ਹੋਈ ਔਰ ਹਿੰਦੀ ਦੇ ਵਿੱਚ ਵੀ ਅਵੇਲੇਬਲ ਹੈ। ਵੈਸੇ ਤੇ ਉਹ ਜਿਹੜੀ ਬੁੱਕ ਇੰਗਲਿਸ਼ ਲਿਖੀ ਸੀਗੀ, ਫਿਰ ਉਹਦਾ ਉਰਦੂ ਟਰਾਂਸਲੇਸ਼ਨ ਵੀ ਹੋਈ, ਹਿੰਦੀ 'ਚ ਵੀ ਹੋਈ ਔਰ ਹੋਰ ਕੁਛ ਲੈਂਗੁਏਜਿਸ ਦੇ ਵਿੱਚ ਉਹਦੀ ਟਰਾਂਸਲੇਸ਼ਨ ਹੋਈ। ਕੀ ਲਿਖਿਆ ਉਹਨਾਂ ਨੇ ਆਪਣੀ ਇਸ ਕਿਤਾਬ ਦੇ ਵਿੱਚ ਔਰ ਬਾਕੀ ਲੋਕਾਂ ਨੇ ਆਪਣੀ ਬੁੱਕਸ ਦੇ ਵਿੱਚ ਜਾਂ ਆਰਟੀਕਲਸ ਦੇ ਵਿੱਚ ਮੁਸ਼ਰਫ ਸਾਹਿਬ ਦੇ ਹਵਾਲੇ ਨਾਲ ਕੀ ਕੁਛ ਲਿਖਿਆ, ਕਿਹੜੇ ਅਵਾਰਡਸ ਉਹਨਾਂ ਨੂੰ ਮਿਲੇ ਜਦੋਂ ਆਰਮੀ 'ਚ ਸੀਗੇ, ਆਰਮੀ ਤੋਂ ਬਾਅਦ ਕਿਹੜੇ ਅਵਾਰਡਸ ਉਹਨਾਂ ਨੂੰ ਮਿਲੇ। ਸੋ ਬਹੁਤ ਲੰਬੀ ਲਿਸਟ ਹੈ। ਇਸ ਸਾਰੇ ਹਫਤੇ ਉਸ ਦੀ ਚਰਚਾ ਤੁਹਾਡੇ ਨਾਲ ਜ਼ਰੂਰ ਕਰਾਂਗੇ।